ਨੌਜਵਾਨਾਂ ਤੇ ਸੋਸ਼ਲ ਮੀਡੀਆ ਤੇ ਛਾਏ ਰਹਿਣ ਦਾ ਜਨੂਨ ਕੁਝ ਇਸ ਕਦਰ ਹੈ ਕਿ ਵਿਆਹ ਤੋਂ ਬਾਅਦ ਵੀ ਕੁੜੀਆਂ ਦੇ ਵੱਲੋਂ ਜਦੋਂ ਪੁੱਠੀਆਂ ਸਿੱਧੀਆਂ ਫੋਟੋਆਂ ਆਪਣੀਆਂ ਵਾਇਰਲ ਕੀਤੀਆਂ ਜਾਂਦੀਆਂ ਨੇ ਤਾਂ ਸਹੁਰਾ ਪਰਿਵਾਰ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾਂਦਾ ਹੈ। ਇਹ ਇਲਜ਼ਾਮ ਅਸੀਂ ਨਹੀਂ ਸਗੋਂ ਕਮਲਦੀਪ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ, ਜਿਨ੍ਹਾਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਦੇ ਵਿੱਚ ਹੀ ਕਮਲਦੀਪ, ਜਿਸ ਦੀ ਉਮਰ 23 ਸਾਲ ਦੀ ਸੀ, ਉਸ ਨੂੰ ਪ੍ਰੀਤੀ ਨਾਮ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ। ਬੇहद ਹੀ ਜਲਦ ਉਹਨਾਂ ਨੇ 2-3 ਦਿਨਾਂ ਦੇ ਵਿੱਚ ਹੀ ਵਿਆਹ ਵੀ ਕਰਵਾ ਲਿਆ। ਪਰ ਵਿਆਹ ਤੋਂ ਬਾਅਦ ਵੀ ਪ੍ਰੀਤੀ ਦੀਆਂ ਕੁਝ ਅਜਿਹੀਆਂ ਇਤਰਾਜ਼ਯੋਗ ਤਸਵੀਰਾਂ ਜਿਹੜੀਆਂ ਕਿ ਘਰਦਿਆਂ ਨੂੰ ਨਾ ਪਸੰਦ ਸੀ, ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹੀਆਂ। ਇਸੇ ਗੱਲ ਦਾ ਗਮ ਜਿੱਥੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਸੀ, ਉੱਥੇ ਹੀ ਕਮਲਦੀਪ ਨੂੰ ਵੀ ਇਹ ਗੱਲ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ। ਰਿਸ਼ਤੇਦਾਰਾਂ ਦੇ ਵੱਲੋਂ ਪ੍ਰੀਤੀ ਨੂੰ ਆ ਕੇ ਸਮਝਾਇਆ ਗਿਆ, ਪਰ ਉਸਨੇ ਕਿਸੇ ਦੀ ਇੱਕ ਵੀ ਨਾ ਸੁਣੀ। ਹੁਣ ਇਸ ਦਾ ਅੰਜਾਮ ਭੁਗਤਣਾ ਪੈ ਰਿਹਾ ਹੈ ਕਮਲਦੀਪ ਦੇ ਪਰਿਵਾਰਕ ਮੈਂਬਰਾਂ ਨੂੰ, ਕਿਉਂਕਿ ਕਮਲਦੀਪ, ਜਿਸ ਦੀ ਉਮਰ 23 ਸਾਲ ਸੀ, ਆਪਣੀ ਇਸ ਵਿਆਹੁਤਾ ਜ਼ਿੰਦਗੀ ਤੋਂ ਤੰਗ ਪਰੇਸ਼ਾਨ ਹੋ ਚੁੱਕਿਆ ਸੀ। ਖਬਰ ਇਹ ਵੀ ਸਾਹਮਣੇ ਆਈ ਕਿ ਕਮਲਦੀਪ ਨੂੰ ਉਸਦਾ ਸਹੁਰਾ ਪਰਿਵਾਰ ਘਰ ਆ ਕੇ ਕੁੱਟਦਾ ਮਾਰਦਾ ਸੀ, ਧਮਕਾਉਂਦਾ ਸੀ ਅਤੇ ਤੰਗ ਪਰੇਸ਼ਾਨ ਕਰਦਾ ਸੀ। ਸਾਰੇ ਪਰਿਵਾਰ ਨੂੰ ਜੇਲ੍ਹ ਪਹੁੰਚਾਉਣ ਦੀ ਧਮਕੀਆਂ ਤੱਕ ਦਿੰਦਾ ਸੀ, ਜਿਸ ਦੇ ਚਲਦੇ ਬੀਤੇ ਦਿਨੀ 23 ਸਾਲਾ ਕਮਲਦੀਪ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿੰਜ ਇਸ ਦਾ ਸਹੁਰਾ ਪਰਿਵਾਰ ਅਤੇ ਇਸ ਦੀ ਪਤਨੀ ਇਸ ਨੂੰ ਪਰੇਸ਼ਾਨ ਕਰਦੇ ਸਨ। ਪੂਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਬੀਤੇ 1.5 ਸਾਲ ਤੋਂ, ਅਤੇ ਇਸੇ ਸਮੇਂ ਦੇ ਦੌਰਾਨ ਕਮਲਦੀਪ ਦੀ ਮਾਂ ਦੀ ਵੀ ਜਾਨ ਚਲੀ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵੀ ਇਸ ਕਰਕੇ ਹੋਇਆ ਕਿਉਂਕਿ ਪ੍ਰੀਤੀ ਦੇ ਨਾਲ ਕਮਲਦੀਪ ਨੇ ਵਿਆਹ ਕਰਵਾ ਲਿਆ ਸੀ। ਹੱਦ ਤਾਂ ਉਸ ਸਮੇਂ ਹੋ ਗਈ ਸੀ ਜਦੋਂ ਪ੍ਰੀਤੀ ਨੇ ਸਰੇਆਮ ਘਰਦਿਆਂ ਨੂੰ ਅਤੇ ਆਪਣੇ ਪਤੀ ਕਮਲਦੀਪ ਨੂੰ ਕਿਹਾ ਕਿ ਮੇਰੀ ਸੈਟਿੰਗ ਕਿਤੇ ਹੋਰ ਚੱਲ ਰਹੀ ਹੈ, ਇਸ ਕਰਕੇ ਉਹ ਘਰ ਛੱਡ ਕੇ ਜਾ ਚੁੱਕੀ ਹੈ। ਉਸ ਨੂੰ ਵਾਪਸ ਆਉਣ ਦੇ ਲਈ ਮੁੰਡੇ ਦੇ ਭਰਾ ਦੇ ਵੱਲੋਂ ਵੀ ਮਿੰਨਤਾਂ ਕੀਤੀਆਂ ਗਈਆਂ, ਫੋਨ ਕੀਤੇ ਗਏ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੇ ਸਹੁਰੇ ਪਰਿਵਾਰ ਦੇ ਨਾਲ ਉਸਦੀ ਕੋਈ ਗੱਲਬਾਤ ਨਾ ਹੋਈ, ਜਿਸ ਦੇ ਚਲਦੇ 23 ਸਾਲਾ ਕਮਲਦੀਪ ਨੇ ਗਲਤ ਕਦਮ ਚੁੱਕਦੇ ਹੋਏ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਲਿਆ। ਇਸ ਘਰ ਦੇ ਵਿੱਚ ਬੀਤੇ 1.5 ਸਾਲ ਦੇ ਵਿੱਚ ਅਜਿਹਾ ਕੁਝ ਵਾਪਰਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਪਰਿਵਾਰਕ ਮੈਂਬਰਾਂ ਨੇ ਹੁਣ ਸਾਹਮਣੇ ਆ ਕੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਘਰਤੀ ਨੂੰ ਪ੍ਰੀਤੀ ਇਸ ਨੂੰ ਤੰਗ ਪਰੇਸ਼ਾਨ ਕਰਦੀ ਸੀ। ਫਿਲਹਾਲ ਪੁਲਿਸ ਦੇ ਵੱਲੋਂ ਇਹ ਸਾਰਾ ਮਾਮਲਾ ਦਰਜ ਕਰਨ ਤੋਂ ਬਾਅਦ ਕਮਲਦੀਪ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਅਗਲੀ ਕਾਰਵਾਈ ਕਰਦੇ ਹੋਏ ਭਰੋਸਾ ਦਿੱਤਾ ਗਿਆ ਹੈ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲ ਕੇ ਰਹੇਗਾ। ਦੱਸ ਦੇ ਕਿ ਦੂਜੇ ਪਾਸੇ ਸਹੁਰਾ ਪਰਿਵਾਰ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਸਕੀ ਹੈ, ਪਰ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਕਮਲਦੀਪ ਨੂੰ ਲੈ ਕੇ ਸਾਹਮਣੇ ਆਈਆਂ ਤਾਂ ਇਹ ਵੀ ਪਤਾ ਲੱਗਿਆ ਕਿ ਉਸਨੇ ਜਾਣ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ ਸੀ। ਉਸ ਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਕਿ ਮੇਰੀ ਅੰਤਿਮ ਅਰਦਾਸ ਦੇ ਮੌਕੇ ਤੇ ਵੀ ਮੇਰਾ ਸਹੁਰਾ ਪਰਿਵਾਰ ਜਾਂ ਫਿਰ ਮੇਰੀ ਪਤਨੀ ਮੇਰੇ ਕੋਲ ਤੱਕ ਨਾ ਪਟਕੇ। ਇਸੇ ਗੱਲ ਦਾ ਜ਼ਿਕਰ ਕਮਲਦੀਪ ਦੇ ਭਰਾ ਦੇ ਵੱਲੋਂ ਵੀ ਕੀਤਾ ਗਿਆ ਅਤੇ ਉਹ ਨੋਟ, ਜਿਸ ਦੇ ਵਿੱਚ ਉਸਨੇ ਸਾਫ਼-ਸਾਫ਼ ਆਪਣੀ ਪੀੜਾ ਨੂੰ ਜ਼ਾਹਰ ਕੀਤਾ, ਆਪਣਾ ਦੁੱਖ ਦਰਦ ਬਿਆਨ ਕੀਤਾ ਕਿ ਕਿਵੇਂ ਉਹ ਪ੍ਰੀਤੀ ਤੋਂ ਤੰਗ ਆ ਚੁੱਕਿਆ ਸੀ। ਇੱਕ ਲਵ ਮੈਰਿਜ ਦਾ ਅਜਿਹਾ ਖੌਫਨਾਕ ਅੰਤ ਹੋਵੇਗਾ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਪਿਆਰ ਦੇ ਨਾਲ ਬਣਾਇਆ ਹੋਇਆ ਇਹ ਰਿਸ਼ਤਾ ਕਿਵੇਂ ਕੁੜੱਤਣ ਅਤੇ ਦੁਸ਼ਮਣੀ ਦੇ ਵਿੱਚ ਬਦਲ ਗਿਆ, ਇਹ ਉਸ ਦੀ ਸਿੱਧੀ ਮੂੰਹ ਬੋਲਦੀ ਤਸਵੀਰ ਤੁਸੀਂ ਦੇਖ ਸਕਦੇ ਹੋ। 23 ਸਾਲ ਦਾ ਕਮਲਦੀਪ ਇਸ ਕਰਕੇ ਇਸ ਜਹਾਨੋਂ ਤੁਰ ਗਿਆ ਕਿਉਂਕਿ ਜਿਸ ਦੇ ਨਾਲ ਉਹਨੇ ਪਿਆਰ ਕੀਤਾ ਸੀ, ਪ੍ਰੀਤੀ ਨਾਮ ਦੀ ਕੁੜੀ, ਉਸ ਦੇ ਨਾਲ ਅਜਿਹਾ ਵਿਵਹਾਰ ਕਰ ਰਹੀ ਸੀ ਜਿਸ ਤੋਂ ਉਹ ਪਰੇਸ਼ਾਨ ਹੋ ਚੁੱਕਿਆ ਸੀ। ਮਿਲੇ ਇਸ ਨੋਟ ਦੇ ਵਿੱਚ ਉਸਨੇ ਸਾਫ਼ ਸ਼ਬਦਾਂ ਦੇ ਵਿੱਚ ਆਪਣੀ ਦੁੱਖ ਭਰੀ, ਦਰਦ ਭਰੀ ਜ਼ਿੰਦਗੀ ਨੂੰ, ਵਿਆਹੁਤਾ ਜ਼ਿੰਦਗੀ ਨੂੰ ਬਿਆਨ ਕੀਤਾ। ਦੱਸਦੇ ਕਿ ਇਹ ਸਾਰਾ ਮਾਮਲਾ ਸਾਹਮਣੇ ਆ ਰਿਹਾ ਹੈ ਕਰਨਾਲ ਤੋਂ। ਕਰਨਾਲ ਦੇ ਅਸ਼ੋਕ ਨਗਰ ਦੇ ਵਿੱਚ ਰਹਿਣ ਵਾਲਾ ਕਮਲਦੀਪ ਇਸ ਸਾਰੀ ਵੱਡੀ ਦੁਰਘਟਨਾ ਦਾ ਸ਼ਿਕਾਰ ਹੋਇਆ, ਜਿਸ ਦੇ ਵਿੱਚ ਉਸਨੇ ਆਪਣੀ ਜਾਨ ਗਵਾ ਕੇ ਹੀ ਇਸ ਦੀ ਕੀਮਤ ਨੂੰ ਚੁਕਤਾ ਕੀਤਾ। ਬੀਤੇ 1.5 ਸਾਲ ਦੇ ਵਿੱਚ ਹੀ ਕਮਲਦੀਪ ਦੇ ਮਾਤਾ ਜੀ ਵੀ ਇਸ ਦੁਨੀਆ ਤੋਂ ਤੁਰ ਗਏ ਤੇ ਹੁਣ ਕਮਲਜੀਤ ਦੇ ਨਾਲ ਜਦੋਂ ਅਜਿਹੀ ਦੁੱਖ ਭਰੀ ਘਟਨਾ ਹੋਈ ਹੈ ਤਾਂ ਉਸਦੇ ਭਰਾ ਦੇ ਹੰਝੂ ਰੁਕ ਨਹੀਂ ਰਹੇ ਸੀ। ਕੈਮਰੇ ਸਾਹਮਣੇ ਆ ਕੇ ਉਸਨੇ ਆਪਣਾ ਦਰਦ ਬਿਆਨ ਕੀਤਾ ਅਤੇ ਦੱਸਿਆ ਕਿ ਕਿਵੇਂ ਉਹ ਆਪਣੀ ਭਾਬੀ ਨੂੰ ਲਗਾਤਾਰ ਫੋਨ ਕਰ ਰਿਹਾ ਸੀ। ਫੋਨ ਕਰਨ ਦੇ ਬਾਵਜੂਦ ਵੀ ਉਸਨੇ ਸਿੱਧਾ ਇਹੀ ਜਵਾਬ ਦਿੱਤਾ ਕਿ ਮੈਂ ਤੁਹਾਡੇ ਘਰ ਵਾਪਸ ਹੁਣ ਨਹੀਂ ਆਵਾਂਗੀ।
ਕਮਲਦੀਪ ਦੇ ਬਾਰੇ ਜਾਣਨ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਾ ਦਿੱਤੀ ਗਈ ਹੋਵੇ। ਸਹੁਰਾ ਪਰਿਵਾਰ ਤੇ ਆਪਣੇ ਜਵਾਈ ਨੂੰ ਕੁੱਟਣ ਦੇ, ਧਮਕਾਉਣ ਦੇ ਅਤੇ ਤੰਗ ਪਰੇਸ਼ਾਨ ਕਰਨ ਤੱਕ ਦੇ ਇਲਜ਼ਾਮ ਲੱਗੇ ਨੇ। ਫਿਲਹਾਲ ਇਹ ਖਬਰ ਸਾਹਮਣੇ ਆਈ ਕਿ ਆਖਰੀ ਵਾਰ ਪ੍ਰੀਤੀ ਨੂੰ ਉਸ ਸਮੇਂ ਇਸ ਘਰ ਦੇ ਵਿੱਚ ਦੇਖਿਆ ਗਿਆ ਜਦੋਂ ਉਹ ਸਾਰਾ ਸਮਾਨ ਅਤੇ ਆਪਣਾ ਬੈਗ ਪੈਕ ਕਰਕੇ ਘਰ ਤੋਂ ਜਾ ਰਹੀ ਸੀ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੈ, ਪਰ ਫਿਲਹਾਲ ਰਿਸ਼ਤੇਦਾਰ ਅਤੇ ਪੁਲਿਸ ਵਾਲਿਆਂ ਦੇ ਵੱਲੋਂ ਹੁਣ ਤੱਕ ਮੁੱਢਲੀ ਕਾਰਵਾਈ ਦੇ ਵਿੱਚ ਕੀ कुछ सामने आया है, आओ सुनते हैं। लव मैरिज थी, इनकी आपस में प्यार था। 2 दिन के अंदर अंदर ही सर इन्होंने शादी कर ली और लड़की के बाप ने ऐसी बातें करी थी, भाई मैं ये कर दूंगा वो कर दूंगा। फिर हमने कहा चल कर ले शादी, और क्या हो सकता है। दोनों रोज धमकियां देता जी लड़की का बाप। अभी 15 दिन पहले आगे उसने लड़के को मारा भी बहुत। हमने इसको रोका, कह रहा मैं ये कर दूँ, अब तुम अपनी लड़की देके देखो, ये फ्लांटिंग ऐसी बातें करता था जी घर आके। तो अब लड़के ने ऐसा कदम उठाया जी। कल घर भाग के थे कर, हमने फिर लड़की को फ़ोन किया। हमने इसको फ़ोन करके बोला बेटे तुम्हारे को बात तो बता, क्या बात हुई है। जब हमने उसको पूछा भाई बात तो बता हमारे को क्या बात है, कहती है ना इस घर में मैं रह सकती। मैं क्यों नहीं रह सकती, कहती है ना मेरी सेटिंग हो रहा है कहीं, बस ये कह के चलेगी। और मॉडलिंग करती थी, जो जानकर इन्हें गंद फोटोआँ डालनी। हम इसको रोकते, 15 दिन पहले हमारे जीजा जी आए, वो इतना डांट के गए उसको, भैया तू ये क्या फ़ोटोआँ डालती है फ़ोन के अंदर। उस वजह से फिर ये कहती है बस यही हुआ जी। सारा सामान लेगी, गोल्ड लेगी सारा। कल सुबह कैमरे में मेरी फीड है जी, सवेरे सारा सामान, कपड़े वगैरह सब कुछ लेके गई, टैची वगैरह लेगी। और रात को हमने फ़ोन किया, कहती है मैं नहीं आती इस घर में। हमने क्यों भाई, हमने कहा पापा से बात करा, कह रही पापा तो बात करते नहीं है, मम्मी से कर लो। अपनी मम्मी को बोला। तो किसको जिम्मेदार कर रहा है, सुसाइड नोट मिला है तो उस जी उसने बस यही है, वो लड़की का ही सारा कसूर है और लड़की के बाप का, दोनों का ही सारा कसूर है। क्या कहा, किसको कसूर है, किसी पत्नी को ही बताया, इसी का ही सर सारा कसूर ही इसका था जी। इसने जीना आराम कर रखा था। ये कहती ये इसके ख्वाब थे कि मैं चंडीगढ़ रहूँ, ये करूँ, बस ये करूँ। इसको घर रहने के तो 1.5 साल रही है ना, इसने आज तक एक रोटी नहीं बना के देखी थी। परेशान कर रखा पूरा। 1.5 महीना पहले इसकी मम्मी की डेथ होगी इस वजह से, पर रो के हर घर जाके रोती। क्या कार्रवाई चाहिए? कार्रवाई ये जाती है, अभी हम बहुत ज़्यादा सख्त कार्रवाई जाती है, अभी दोनों को अंदर होना करना। वो कहता था ये कर वो कर वो कर, मेरी जो लड़की कहती है उसका कहना मान, नहीं तो हम ये कर देंगे, अगर तुम ये नहीं मानोगे तो हम तुम्हारे परिवार को सारे को जेल के अंदर करा देंगे। जिसके चक्रों में वो कल घर भी छोड़ के चली गई थी, हमारे घर से सारा सामान सब ले गया वो। हमने शाम को उसको फ़ोन किया, मैं क्या बात अभी तक आप घर नहीं आए, कहती है आज के बाद मैं तुम्हारे घर नहीं आऊँगी। कितने दिन पहले शादी की थी? हाँ जी। कितने दिन पहले शादी की थी उसने? 1.5 साल पहले। और घर से क्या क्या ले गए थे? घर से सारा सामान, जेवरत वगैरह सब लेके चली गई है। तो भाई ने क्या कहा, सुसाइड नोट में क्या मांग की है उसने? भाई ने यही कहा है कि जब मेरी अंतिम संस्कार हो तो उनके परिवार में से मेरी चिता के पास कोई क्या मैं अपनी जीवन समाप्त कर। हाँ तो वहाँ मौके पर गए थे। वो लड़का उस टाइम घर वाले उसको मान ले गए थे अपना अस्पताल में, वहाँ कहते अभी उस टाइम था उसमें को दम मर रहा, कोशिश करिए लेकिन डॉक्टर साहब वहाँ अब उसकी FIR करवा लग रहे हैं और उसके बाद अगली कार्रवाई करेंगे। क्या नाम था लड़के का, उम्र कितनी थी? लड़के की उम्र है 23 साल और नाम कमलदीप थी। इस चीज़ के साथ चुन्नी से फांसी रखी थी। चुन्नी से ले रखी थी। और प्राथमिक जांच में क्या अभी तक सामने आया सर? बस अभी तो एक उसका मतलब उसकी पत्नी और उसके ससुर का नाम